ਸਤਿ ਸ਼੍ਰੀ ਅਕਾਲ, ਨਮਸਤੇ ਜੀ ਆਇਆਂ ਨੂੰ ਬੱਚਿਓ। ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਮੇਰੇ ਚੈਨਲ ਪੰਜਾਬੀ ਲਰਨਿੰਗ ਵਿਦ ਮੋਹਿਤਾ ਵਿੱਚ। ਅੱਜ ਦੀ ਲੜੀ ਵਿੱਚ ਅਸੀਂ ਅਗਲੀ ਕਹਾਣੀ ਕਰਨ ਜਾ ਰਹੇ ਹਾਂ। ਉਹ ਹੈ 11ਵੀਂ ਕਲਾਸ ਦੀ ਕਹਾਣੀ ਇਤ ਪਰਵਾਸੇ, ਜੋ ਕਿ ਲਿਖੀ ਹੋਈ ਹੈ ਗੁਰਦੇਵ ਸਿੰਘ ਰੁਪਾਣਾ ਜੀ ਦੀ। ਇਤ ਪਰਵਾਸੇ ਸ਼ਬਦ ਤੋਂ ਜਿਹੜਾ ਅਰਥ ਇਸ ਤਰ੍ਹਾਂ ਨਿਕਲਦਾ ਹੈ, ਜਾਂ ਇਸ ਕਹਾਣੀ ਦਾ ਜਿਹੜਾ ਕਿ ਮੁੱਖ ਵਿਸ਼ੇ ਉਹ ਇਹ ਹੈ ਕਿ ਇਸ ਕਹਾਣੀ ਵਿਚਲਾ ਜਿਹੜਾ ਪਾਤਰ ਹੈ ਉਹ ਇੰਦਰ ਹੈ। ਇੰਦਰ ਨਾਂ ਦਾ ਇੱਕ ਵਿਅਕਤੀ ਹੈ। ਉਹ ਆਪਣੇ ਆਪ ਨੂੰ ਬਹੁਤ ਜਿਹੜਾ ਦੂਸਰਿਆਂ ਤੋਂ ਵੱਧ ਸਿਆਣਾ ਸਮਝਦਾਰ ਸਮਝਦਾ ਹੈ, ਜਦਕਿ ਉਹ ਹੈ ਬਿਲਕੁਲ ਵੀ ਨਹੀਂ। ਇਸ ਦਾ ਜਿਹੜਾ ਮੁੱਖ ਪਾਤਰ ਇੰਦਰ ਹੈ, ਉਸ ਵਿੱਚ ਇੱਕ ਵੈਦ ਆਏਗਾ। ਇਸ ਦੇ ਇੰਦਰ ਦੇ ਦੋ ਬੇਟੇ ਹਨ ਔਰ ਇੱਕ ਉਸਦੀ ਪਤਨੀ ਹੈ। ਤੋ ਇਸ ਪ੍ਰਵਾਸੇ ਜਿਹੜੀ ਸਾਡੀ ਕਹਾਣੀ ਹੈ, ਇਹ ਪੇਂਡੂ ਜਿਹੜੇ ਕਿ ਪਿੰਡ ਦੇ ਵਿੱਚੋਂ ਕਿਸੇ ਪੇਂਡੂ ਸਮਾਜ ਦੇ ਜਾਂ ਇਸ ਦੀ ਜਿਹੜੀ ਪਿੱਛੇ ਵਾਤਾਵਰਨ ਪਿੰਡ ਦਾ ਹੈ ਉਹ ਲਿਆ ਗਿਆ ਹੈ। ਇਸ ਵਿਚਲਾ ਜਿਹੜਾ ਮੁੱਖ ਪਾਤਰ ਇੰਦਰ ਹੀ ਹੈ, ਜੋ ਕਿ ਆਪਣੇ ਆਪ ਉਹਦੇ ਕੋਲ ਅਕਲ ਬਿਲਕੁਲ ਵੀ ਨਹੀਂ, ਉਸਨੂੰ ਸਮਝ ਕਿਸੇ ਚੀਜ਼ ਦੀ ਨਹੀਂ, ਲੇਕਿਨ ਉਹ ਸਮਝਦਾ ਸਾਰਿਆਂ ਨੂੰ ਸਭ ਤੋਂ ਆਪਣੇ ਤੋਂ ਵੱਧ ਸਿਆਣਾ ਸਮਝਦਾ ਹੈ। ਔਰ ਇੰਦਰ ਇੱਕ ਗੱਲ ਜਿਹੜੀ ਹਰ ਇੱਕ ਨੂੰ ਦੱਸਦਾ ਫਿਰਦਾ ਹੈ, ਉਹ ਕਹਿੰਦਾ ਕਿ ਉਸਦੇ ਖਾਨਦਾਨ ਦੇ ਕੋਲ ਦੋ ਗ੍ਰੰਥ ਸੀ। ਉਹਨਾਂ ਦੇ ਪੀੜ੍ਹੀ ਦਰ ਪੀੜ੍ਹੀ ਕੋਈ ਗ੍ਰੰਥ ਸੀ ਜਿਹੜਾ ਉਹਨਾਂ ਦੇ ਪੀੜ੍ਹੀ ਦਰ ਪੀੜ੍ਹੀ ਅੱਗੇ ਚੱਲਦੇ ਹਨ। ਕਹਿ ਰਿਹਾ ਕਿ ਇਹ ਜਿਹੜੇ ਦੋ ਗ੍ਰੰਥ ਸੀ, ਇੱਕ ਗ੍ਰੰਥ ਜਿਹੜੇ ਸੀ ਕਿ ਅੰਗਰੇਜ਼ ਭਾਰਤ ਵਿੱਚੋਂ ਲੈ ਗਏ ਤੇ ਉਹਨਾਂ ਨੇ ਇਸ ਵਿੱਚੋਂ ਸਾਰੀ ਸਾਇੰਸ ਕੱਢ ਕੇ ਸਾਰੇ ਕੀ ਜੋ ਵਿਗਿਆਨਕ ਤਰੱਕੀ ਉਹ ਕਰ ਲਈ। ਤੇ ਕਹਿੰਦਾ ਕਿ ਦੂਸਰਾ ਗ੍ਰੰਥ ਜਿਹੜਾ ਕਿ ਸਾਡੇ ਪਰਿਵਾਰ ਦੇ ਕੋਲ ਰਹਿ ਗਿਆ। ਉਹ ਜਿਹੜੀ ਕਿਤਾਬ ਉਸ ਕੋਲ ਹਰ ਵਕਤ ਰਹਿੰਦੀ, ਉਸ ਕਿਤਾਬ ਦਾ ਨਾ ਤੇ ਕੋਈ ਅਗਲਾ ਪੇਜ ਹੈ ਨਾ ਕੋਈ ਪਿਛਲਾ ਪੇਜ ਹੈ ਜਿਸ ਤੋਂ ਪਤਾ ਲੱਗ ਸਕੇ ਕਿ ਉਹ ਕਿਸ ਚੀਜ਼ ਦੀ ਕਿਤਾਬ ਹੈ। ਲੇਕਿਨ ਉਹ ਸਾਰਿਆਂ ਨੂੰ ਇਹੀ ਕਹਿੰਦਾ ਕਿ ਇਸੇ ਕਿਤਾਬ ਵਿੱਚੋਂ ਸਾਰੇ ਵਿਸ਼ਵ ਨੇ ਜਿਹੜੀ ਕਿ ਸਾਇੰਸ ਕੱਢੀ ਹੈ, ਤਰੱਕੀ ਕੀਤੀ, ਤੇ ਸਾਡੇ ਖਾਨਦਾਨ ਕੋਲ ਇੱਕ ਹੈ ਔਰ ਮੈਂ ਇਸ ਦਾ ਹਰ ਵਕਤ ਅਧਿਐਨ ਕਰਦਾ ਰਹਿੰਦਾ ਹਾਂ, ਜਦਕਿ ਸਭ ਇਹ ਗੱਲਾਂ ਝੂਠ ਬੋਲਦਾ ਹੈ। ਇੰਦਰ ਦੀ ਦੂਸਰੀ ਧਾਰਨਾ ਇਹ ਹੈ ਕਿ ਕਹਿੰਦਾ ਕਿ ਜਦੋਂ ਸਾਰੀ ਦੁਨੀਆ ਦੇ ਲੋਕ ਜਿਹੜੇ ਕਿ ਕੰਮ ਕਰ ਰਹੇ ਹਨ, ਤਾਂ ਫਿਰ ਮੈਨੂੰ ਕੰਮ ਕਰਨ ਦੀ ਕੀ ਲੋੜ ਹੈ। ਕਹਿੰਦਾ ਕਿ ਸਾਰੀ ਦੁਨੀਆ ਜਦੋਂ ਕੰਮ ਕਰਨ ਤੇ ਲੱਗੀ ਤਾਂ ਕੁਝ ਲੋਕ ਅਜਿਹੇ ਵੀ ਹੋਣੇ ਚਾਹੀਦੇ ਹਨ ਜਿਹੜੇ ਖਾਲੀ ਬੈਠ ਕੇ ਰੋਟੀ ਖਾਣ, ਵਿਹਲੇ ਰਹਿਣ। ਸੋ ਉਹਨਾਂ ਲੋਕਾਂ ਨੂੰ ਹਰ ਇੱਕ ਨੂੰ ਕੰਮ ਕਰਨ ਦੀ ਜ਼ਰੂਰਤ ਕੀ ਹੈ। ਸੋ ਇੰਦਰ ਇਸ ਧਾਰਨਾ ਨੂੰ ਮੰਨ ਕੇ ਕੋਈ ਵੀ ਜਿਹੜਾ ਕਿ ਕੰਮ ਹੈ, ਕੋਈ ਵੀ ਬਿਜ਼ਨਸ ਹੈ, ਧੰਦਾ ਹੈ, ਕਿਤੇ ਨੌਕਰੀ ਪੇਸ਼ਾ ਕੁਝ ਵੀ ਨਹੀਂ ਕਰਦਾ। ਸੋ ਇੰਦਰ ਕੋਲ ਰੋਜ਼ੀ ਰੋਟੀ ਦਾ ਪਹਿਲਾ ਜਿਹੜਾ ਸਾਧਨ ਸੀ, ਉਸ ਕੋਲ ਇੱਕ ਕੋਈ ਮੱਝ ਜਾਂ ਭੈਂਸ ਜਿਹਨੂੰ ਕਹਿੰਦੇ ਉਹ ਹੈਗੀ ਸੀ। ਉਸ ਮੱਝ ਦਾ ਜਿਹੜਾ ਦੁੱਧ ਕੱਢ ਕੇ ਉਹਨੂੰ ਵੇਚ ਦਿੰਦਾ ਸੀ, ਬਾਹਰ ਦੇ ਆਂਦਾ ਸੀ ਤੇ ਕੁਝ ਰੋਟੀ ਟੁੱਕ ਜਿਹੜਾ ਕਿ ਘਰ ਲੈ ਆਂਦਾ ਸੀ। ਜਦਕਿ ਇੰਦਰ ਦੀ ਪਤਨੀ ਹਮੇਸ਼ਾ ਉਸਨੂੰ ਕੰਮ ਕਰਨ ਲਈ ਜਿਹੜੀ ਕਿ ਕਹਿੰਦੀ ਹੈ, ਉਸਨੂੰ ਕਹਿੰਦੀ ਕਿ ਉੱਦਮ ਕਰਨਾ ਚਾਹੀਦਾ ਹੈ, ਪਰ ਉਹ ਨਹੀਂ ਕਰਦਾ। ਇੰਦਰ ਆਪਣੇ ਆਪ ਤੇ ਵਾਸਤੇ ਤੇ ਧਾਰਨਾ ਰੱਖਦੇ ਹੈ ਕਿ ਮੈਨੂੰ ਕੰਮ ਕਰਨ ਦੀ ਲੋੜ ਹੀ, ਨਾਲ ਹੀ ਉਸਦੇ ਦੋ ਬੱਚੇ ਹਨ, ਦੋ ਬੇਟੇ ਹਨ, ਉਹਨਾਂ ਨੂੰ ਵੀ ਇਹੀ ਕਹਿੰਦਾ ਕਿ ਜਦੋਂ ਸਾਰੀ ਦੁਨੀਆ ਕੰਮ ਕਰਨ ਤੇ ਲੱਗੀ ਹੈ ਤੇ ਤੁਹਾਨੂੰ ਕੰਮ ਕਰਨ ਦੀ ਲੋੜ ਨਹੀਂ, ਤੁਸੀਂ ਵਿਹਲੇ ਬਹਿ ਕੇ ਖਾਓ, ਕਿਉਂਕਿ ਰੱਬ ਆਪਣੇ ਆਪ ਜਿਹੜਾ ਕਿ ਸਾਰਿਆਂ ਨੂੰ ਭੋਜਨ ਜਿਹੜਾ ਕਿ ਦੇ ਸਕਦਾ ਹੈ, ਮਿਲ ਸਕਦਾ ਹੈ। ਸੋ ਇੰਦਰ ਦੀ ਇਹੀ ਸੋਚ ਕਰਕੇ ਕੋਈ ਵੀ ਕੰਮ ਨਹੀਂ ਕਰਦਾ ਔਰ ਉਹ ਆਪਣੇ ਆਪ ਤੇ ਉਸਨੂੰ ਆਪਣੇ ਆਪ ਤੇ ਭਰੋਸਾ ਹੈ ਕਿ ਵੱਡੀਆਂ ਵੱਡੀਆਂ ਗੱਲਾਂ ਕਰਕੇ ਉਹਦੇ ਕੋ ਬਹੁਤ ਵੱਡੀਆਂ ਸਮਝਦਾਰ ਜਿਹੜੀਆਂ ਗਹਿਰੀਆਂ ਗੱਲਾਂ ਉਹ ਕਰਕੇ ਲੋਕਾਂ ਤੋਂ ਜਿਹੜਾ ਕਿ ਆਪਣੇ ਰੋਟੀ ਟੁੱਕ ਦਾ ਜਿਹੜਾ ਗੁਜ਼ਾਰਾ ਉਹ ਕਰ ਸਕਦਾ ਹੈ। ਸੋ ਇਸ ਰੋਟੀ ਟੁੱਕ ਦੇ ਪ੍ਰਬੰਧ ਵਾਸਤੇ ਇੰਦਰ ਦੀ ਰੋਜ਼ ਦੀ ਜਿਹੜੀ ਕਿ ਰੂਟੀਨ ਕੀ ਹੁੰਦੀ ਹੈ, ਰੋਜ਼ ਦਾ ਉਸਦਾ ਡੇਲੀ ਦਾ ਕੰਮ ਕੀ ਹੈ। ਉਹ ਸਵੇਰੇ ਸਵੇਰੇ ਇੱਕ ਥੈਲਾ ਜਾਂ ਘਰੋਂ ਗੰਦਾ ਜਾਂ ਥੈਲਾ ਫੜ ਕੇ ਤੁਰ ਪੈਂਦਾ। ਉਸੇ ਥੈਲੇ ਵਿੱਚ ਉਹ ਆਪਣੀ ਚੱਪਲ ਵੀ ਪਾ ਲੈਂਦਾ ਹੈ। ਰਾਹ ਚੱਲਦਿਆਂ ਨੂੰ ਰਸਤੇ ਵਿੱਚ ਜੇ ਕੋਈ ਚੀਜ਼ ਡਿੱਗੀ ਮਿਲਦੀ ਹੈ, ਉਹ ਵੀ ਚੁੱਕ ਕੇ ਆਪਣੇ ਥੈਲੇ ਵਿੱਚ ਰੱਖੀ ਜਾਂਦਾ ਹੈ। ਉਹ ਸਵੇਰੇ ਸਵੇਰੇ ਜਿਹੜੇ ਕਿਸਾਨ ਖੇਤਾਂ ਵਿੱਚ ਗਏ ਹੁੰਦੇ ਹਨ, ਆਪਣੇ ਕੰਮ ਕਰਨ ਵਾਸਤੇ ਗਏ ਹਨ, ਜਾਂ ਵੀ ਕੋਈ ਉੱਥੇ ਕੰਮ ਕਰਨ ਗਏ ਜਾਂ ਕੋਈ ਆਪਣੇ ਜਾਨਵਰਾਂ ਵਾਸਤੇ ਜਿਹੜਾ ਕਿ ਘਾਹ ਪੁੱਟਣ ਗਿਆ ਹੈ, ਘਾਹ ਲੈਣ ਗਿਆ ਹੈ, ਉਹ ਇੰਦਰ ਵੀ ਉੱਥੇ ਚਲਾ ਜਾਂਦਾ। ਇੰਦਰ ਉਹਨਾਂ ਦੇ ਨਾਲ ਬਹਿ ਕੇ ਹੱਥ ਦੇ ਨਾਲ ਹੀ ਥੋੜਾ ਬਹੁਤ ਜਿਹੜਾ ਕਿ ਘਾਹ ਤੋੜਦਾ ਰਹਿੰਦਾ। ਕਹਿੰਦਾ ਕਿ ਐਵੇਂ ਤਾਂ ਘਾਹ ਨੂੰ ਤੋੜਨ ਵਾਸਤੇ ਜਿਹੜਾ ਵੀ ਕਿ ਔਜ਼ਾਰ ਲੈਣਾ ਉਹ ਮੈਨੂੰ ਭਾਰ ਚੁੱਕਣ ਬਰਾਬਰ ਕਹਿੰਦਾ ਲੱਗਦਾ। ਇਸ ਲਈ ਉਹ ਇੰਨਾ ਜ਼ਿਆਦਾ ਸੀ ਕਿ ਕੰਮ ਕਰਨਾ ਹੀ ਨਹੀਂ ਪਸੰਦ ਕਰਦਾ। ਇਸ ਲਈ ਖਾਲੀ ਐਵੇਂ ਬੈਠ ਕੇ ਉਹਨਾਂ ਨਾਲ ਦੋ ਚਾਰ ਧਾਹ ਦੇ ਜਿਹੜੇ ਕਿ ਤੁੜੀਆਂ ਤੋੜਦਾ ਰਹਿੰਦਾ, ਤੇ ਉਹਨਾਂ ਨਾਲ ਜਿਹੜਾ ਵੀ ਕਿਸਾਨ ਗਿਆ ਹੁੰਦਾ ਉਸ ਦੀ ਝੂਠੀ ਪ੍ਰਸ਼ੰਸਾ ਕਰਨ ਲੱਗ ਪੈਂਦਾ, ਉਹਨਾਂ ਨੂੰ ਮੱਖਣ ਲਾਉਣ ਲੱਗ ਪੈਂਦਾ ਕਿ ਹਾਂਜੀ ਤੁਸੀਂ ਬਹੁਤ ਵਧੀਆ ਕੰਮ ਕਰਦੇ ਪਏ ਹੋ, ਤੁਸੀਂ ਤੇ ਕਿਸਾਨੀ ਬਹੁਤ ਵਧੀਆ ਤੁਹਾਨੂੰ ਤਰੀਕੇ ਨਾਲ ਆਉਂਦੀ ਹੈ, ਤੁਹਾਡੀ ਜ਼ਮੀਨ ਦੀ ਪੈਦਾਵਾਰ ਬਹੁਤ ਵਧੀਆ ਹੁੰਦੀ ਹੈ। ਤੇ ਨਾਲ ਹੀ ਦੂਸਰੇ ਕਿਸੇ ਹੋਰ ਲੱਗਦੇ ਕਿਸਾਨ ਦੀ ਬੁਰਾਈ ਕਰਨ ਲੱਗ ਪੈਂਦਾ ਕਿ ਫਲਾਣਾ ਜਿਹੜਾ ਕਿਸਾਨ ਹੈ ਉਸਨੂੰ ਖੇਤੀ ਕਰਨੀ ਚੰਗੀ ਤਰ੍ਹਾਂ ਨਹੀਂ ਆਉਂਦੀ, ਉਹ ਕੰਮ ਕਰਨ ਦਾ ਉਹਨੂੰ ਤਰੀਕਾ ਨਹੀਂ ਆਉਂਦਾ ਤੇ ਉਹਦੀ ਤੇ ਫਸਲ ਵੀ ਚੰਗੀ ਨਹੀਂ ਹੁੰਦੀ। ਜਿਸ ਵਿਅਕਤੀ ਦੀ ਪ੍ਰਸ਼ੰਸਾ ਕਰ ਰਿਹਾ ਹੁੰਦਾ ਉਸਨੂੰ ਥੋੜਾ ਜਿਹਾ ਪਤਾ ਵੀ ਹੁੰਦਾ ਵੀ ਇੰਦਰ ਦੀ ਸੁਭਾਅ ਕਿੰਝ ਦਾ, ਝੂਠੀਆਂ ਜਿਹੜੀਆਂ ਕਿ ਇਹ ਸਿਫਤਾਂ ਕਰਦਾ ਹੈ, ਪਰ ਫਿਰ ਵੀ ਲੋਕ ਉਹਦੀ ਥੋੜੇ ਬਹੁਤ ਸਿਫਤਾਂ ਦਾ ਜਿਹੜਾ ਕਿ ਉਹਨਾਂ ਨੂੰ ਮਜ਼ਾ ਆ ਜਾਂਦਾ ਤੇ ਉਹ ਆਪਣੇ ਜਿਹੜਾ ਵੀ ਉਹਨਾਂ ਨੇ ਘਾਹ ਜਿਵੇਂ ਪੁੱਟਿਆ ਹੁੰਦਾ ਥੋੜਾ ਉਹ ਉਹਨੂੰ ਦੇ ਦਿੰਦੇ, ਜਾਂ ਕੋਈ ਉਹਨਾਂ ਕੋਲ ਖਾਣ ਵਾਲੀ ਚੀਜ਼ ਹੁੰਦੀ ਉਹ ਉਹਨੂੰ ਫੜਾ ਦਿੰਦੇ, ਤੇ ਇੰਦਰ ਇਸੇ ਤਰ੍ਹਾਂ ਆਪਣਾ ਗੁਜ਼ਾਰਾ ਕਰਦਾ। ਫਿਰ ਜਿਵੇਂ ਉਹ ਭੱਤੇ ਵਾਲੀ ਨੂੰ ਵੇਖਦਾ, ਭੱਤੇ ਵਾਲੀ ਦਾ ਭਾਵ ਇਹ ਹੁੰਦਾ ਹੈ ਜਦੋਂ ਕੋਈ ਕਿਸਾਨ ਖੇਤ 'ਚ ਕੰਮ ਕਰਨ ਗਿਆ, ਉਸਦੇ ਘਰੋਂ ਉਸਦੀ ਮਾਂ, ਭੈਣ ਜਾਂ ਪਤਨੀ ਜਿਹੜੇ ਰੋਟੀ ਲੈ ਕੇ ਆਉਂਦੀ ਤੇ ਉਸਨੂੰ ਕਹਿ ਦਿੰਦੇ ਨੇ ਭੱਤੇ ਵਾਲੀ ਆਈ ਹੈ। ਰੋਟੀ ਲੈ ਕੇ ਆਉਂਦੀ ਤੇ ਇੰਦਰ ਵੇਖਦਾ ਕਿ ਕਿਸੇ ਦੇ ਘਰੋਂ ਪੱਤਾ ਆਇਆ ਹੈ, ਰੋਟੀ ਆਈ ਹੈ, ਉਹ ਫਟਾਫਟ ਉਸ ਜਗ੍ਹਾ ਤੇ ਜਾ ਕੇ ਬੈਠ ਜਾਂਦਾ। ਫਿਰ ਉਹਨਾਂ ਦੇ ਝੂਠੀਆਂ ਪ੍ਰਸ਼ੰਸਾ ਕਰਨ ਲੱਗ ਪੈਂਦਾ, ਹਾਂਜੀ ਤੁਹਾਡੇ ਘਰ ਦੀ ਤਾਂ ਰੋਟੀ ਬੜੀ ਵਧੀਆ ਹੈ, ਤੁਹਾਡੇ ਘਰ ਦੀ ਰੋਟੀ ਦੀ ਤਾਂ ਖੁਸ਼ਬੂ ਜਿਹੜੀ ਕਿ ਦੂਰ ਤੱਕ ਆ ਰਹੀ ਹੈ, ਤੁਹਾਡੇ ਘਰ ਦੀ ਲੱਸੀ ਬੜੀ ਵਧੀਆ, ਉਹਦੀ ਮਹਿਕ ਬੜੀ ਅੱਛੀ ਆ ਰਹੀ ਹੈ। ਇੰਝ ਦੀਆਂ ਗੱਲਾਂ ਕਰਦਾ ਤੇ ਸਾਹਮਣੇ ਵਾਲਾ ਉਸਨੂੰ ਇੱਕ ਅੱਧੀ ਪੁੱਛ ਲੈਂਦਾ, ਜਿਵੇਂ ਕਿ ਹਾਂ ਵੀ ਰੋਟੀ ਖਾਏਗਾ, ਇੱਕ ਅੱਧੀ ਰੋਟੀ ਮੰਗ ਲੈਂਦਾ, ਇੱਕ ਅੱਧੀ ਰੋਟੀ ਦੇ ਦਿੰਦੇ, ਇੱਕ ਦੇ
ਵੇਲੇ ਕਈ ਵਾਰੀ 2-3 ਵੀ ਰੋਟੀਆਂ ਖਾ ਲੈਂਦਾ, ਉਹਨਾਂ ਦੀ ਲੱਸੀ ਵੀ ਪੀ ਲੈਂਦਾ, ਔਰ ਇੱਕ ਅੱਧੀ ਜਿਸ 2-3 ਰੋਟੀਆਂ ਲੈ ਕੇ ਇੱਕ ਅੱਧੀ ਆਪ ਖਾ ਲੈਂਦਾ, 2 ਕੁ ਰੋਟੀ ਆਪਣੇ ਉਸੇ ਗੰਦੇ ਥੈਲੇ ਵਿੱਚ, ਜਿਸ ਥੈਲੇ ਵਿੱਚ ਉਸਨੇ ਚੱਪਲਾਂ ਚੁੱਪਲਾਂ ਵੀ ਪਾਈਆਂ ਹੁੰਦੀਆਂ ਸੀ, ਉਸ ਥੈਲੇ ਵਿੱਚ ਆਪਣੀ ਰੋਟੀ ਵੀ ਰੱਖ ਲੈਂਦਾ, ਸਾਰਾ ਸਮਾਨ ਉਸ ਵਿੱਚ ਰੱਖ ਲੈਂਦਾ, ਆਪਣੀ ਪਤਨੀ ਤੇ ਬੱਚਿਆਂ ਵਾਸਤੇ ਉਹ ਇਸ ਤਰ੍ਹਾਂ ਇੰਦਰ ਕਿਸਾਨਾਂ ਕੋਲੋਂ ਜੋ ਵੀ ਜਿਹੜੇ ਕਿ ਕੰਮ ਕਰਨਾ ਹੁੰਦਾ ਉਹਨਾਂ ਕੋਲ 2-4 ਰੋਟੀਆਂ ਲੈ ਲੈਂਦਾ। ਫਿਰ ਰਾਹ ਚੱਲਦੇ ਰਸਤੇ ਵਿੱਚ ਉਸਨੂੰ ਮੰਨ ਲਓ ਕਿਸੇ ਦੇ ਖੇਤਾਂ ਵਿੱਚ ਕੋਈ ਟਿੰਡੇ ਲੱਗੇ ਦਿਖੇ ਜਾਂ ਭਿੰਡੀ ਲੱਗੀ ਦਿਖੀ, ਥੋੜੀ ਬਹੁਤ ਤੋੜ ਲਿਆਉਂਦਾ, ਵੀ ਜੋ ਵੀ ਸਮਾਨ ਹੁੰਦਾ ਉਹ ਆਪਣੇ ਉਸੇ ਥੈਲੇ ਵਿੱਚ ਪਾਈ ਜਾਂਦਾ। ਰਾਹ ਚੱਲਦੇ ਉਹਨੂੰ ਰਸਤੇ ਵਿੱਚ ਜੇ ਕਿਸੇ ਦੀ ਟੁੱਟੀ ਚੱਪਲ ਮਿਲ ਜਾਂਦੀ ਜਾਂ ਕੋਈ ਕੱਪੜਾ ਉਹਦਾ ਲੀਰ ਲੂਰ ਮਿਲ ਜਾਂਦੀ, ਉਹ ਵੀ ਉਸ ਥੈਲੇ ਵਿੱਚ ਹੀ ਸੁੱਟੀ ਲਿਆਉਂਦਾ, ਸਾਰਾ ਕੁਝ ਪਾਈ ਲਿਆਉਂਦਾ। ਔਰ ਘਰ ਜਦੋਂ ਦੁਪਹਿਰ ਚੜੀ ਆਉਂਦਾ, ਦੁਪਹਿਰ ਨੂੰ 12-1 ਵਜੇ ਜਦੋਂ ਘਰ ਆਉਂਦਾ ਤੇ ਉਹ ਥੈਲਾ ਜਿਹੜਾ ਆਪਣੇ ਬੱਚਿਆਂ ਅੱਗੇ ਔਰ ਆਪਣੀ ਜਨਾਨੀ ਅੱਗੇ ਰੱਖ ਦਿੰਦਾ, ਆਪਣੀ ਪਤਨੀ ਅੱਗੇ ਰੱਖਦਾ। ਸਾਰੇ ਉਸ ਥੈਲੇ ਤੇ ਟੁੱਟ ਕੇ ਪੈਂਦੇ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਸੇ ਵਿੱਚ ਸਾਡੀ ਰੋਟੀ ਕੁਝ ਖਾਣ ਵਾਸਤੇ ਜਿਹੜਾ ਕਿ ਆਇਆ ਹੋਏਗਾ। ਜਿਹੜੇ ਇੰਦਰ ਤੇ ਬੇਟੇ ਸੀ ਉਹਨਾਂ ਦੀ ਮਾਂ ਉਹਨਾਂ ਨੂੰ ਬਹੁਤ ਸਮਝਾਉਂਦੀ ਸੀ ਕਿ ਤੁਸੀਂ ਪਿਓ ਵਾਂਗੂ ਨਾ ਬਣੋ, ਤੁਸੀਂ ਕੁਝ ਕੰਮ ਕਰ ਲਓ। ਇੰਦਰ ਦੇ ਬੇਟਿਆਂ ਨੂੰ ਜਿਹੜਾ ਕਿ ਲੋਹੇ ਦੇ ਜਿਹੜੇ ਡਰਮ ਹੁੰਦੇ ਹਨ, ਇਹਨਾਂ ਉੱਤੇ ਟਾਂਕਾ ਲਗਾਉਣਾ ਜਾਂ ਲੋਹੇ ਦੇ ਡਰਮ ਬਣਾਉਣ ਦਾ ਉਹਨਾਂ ਨੇ ਕੰਮ ਸਿੱਖਿਆ ਸੀ, ਉਹਨਾਂ ਨੂੰ ਆਉਂਦਾ ਸੀ। ਲੇਕਿਨ ਉਸਦੇ ਬੇਟੇ ਵੀ ਆਪਣੇ ਪਿਓ ਦੀਆਂ ਗੱਲਾਂ 'ਚ ਆ ਕੇ ਕੋਈ ਕੰਮ ਨਹੀਂ ਕਰਦੇ, ਪਰ ਅਖੀਰ ਉਹ ਜਿਹੜੇ ਉਹਦੇ ਬੇਟੇ ਹਨ ਉਹ ਉਦੋਂ ਹੀ ਕੰਮ ਕਰਦੇ ਜਾਂ ਉਦੋਂ ਹੀ 2-4 ਦਿਨ ਦੀ ਦਿਹਾੜੀ ਲਾਉਂਦੇ ਜਦੋਂ ਕਿ ਉਹਨਾਂ ਨੂੰ ਮਾਂ ਦੇ ਜਿਹੜੇ ਕਿ ਕੱਪੜੇ ਖਰਾਬ ਫਟ ਚੁੱਕੇ ਹੁੰਦੇ, ਉਹਨਾਂ ਨੂੰ ਮਾਂ ਵਾਸਤੇ ਇੱਕ ਨਵਾਂ ਜੋੜਾ ਚਾਹੀਦਾ ਹੁੰਦਾ ਸੀ ਕੱਪੜਿਆਂ ਦਾ, ਜਾਂ ਆਪਣੇ ਵਾਸਤੇ ਨਵਾਂ ਜੋੜਾ ਕੱਪੜਿਆਂ ਦਾ ਚਾਹੀਦਾ। ਉਹ ਉਦੋਂ ਹੀ 2-4 ਦਿਨ ਦਾ ਕੰਮ ਕਰਦੇ ਤੇ ਉਸੇ ਨਾਲ ਆਪਣੇ ਘਰ ਦੇ ਜਿਹੜੇ ਕੱਪੜਿਆਂ ਦਾ ਕੰਮ ਕੱਪੜੇ ਜਿੰਨੇ ਦੀ ਜ਼ਰੂਰਤ ਹੁੰਦੀ, ਜ਼ਰੂਰਤ ਜੋਗੇ ਕੱਪੜੇ ਲੈ ਲੈਂਦੇ ਔਰ ਫਿਰ ਕੰਮ ਕਰਨਾ ਉਹੀ ਬੰਦ ਕਰ ਦਿੰਦੇ। ਆਪਣੇ ਪਿਤਾ ਵਾਂਗੂ ਸਾਰਾ ਟਾਈਮ ਉਹ ਜਿਹੜਾ ਕਿ ਵਿਹਲੇ ਹੀ ਰਹਿ ਇਸ ਤਰ੍ਹਾਂ ਜਦੋਂ ਦੁਪਹਿਰ ਦੀ ਰੋਟੀ ਤੱਕ ਦਾ ਟਾਈਮ ਹੋ ਜਾਂਦਾ ਤਾਂ ਉਸ ਤੋਂ ਬਾਅਦ ਦੁਪਹਿਰ ਆਪਣੇ ਘਰ ਰੋਟੀ ਦਾ ਥੈਲਾ ਫੜਾ ਕੇ ਉਹ ਫਿਰ ਥੋੜਾ ਜਿਹਾ ਜਿਵੇਂ 3-4 ਵਜੇ ਫਿਰ ਚੱਲ ਪੈਂਦਾ। ਉਹਨਾਂ ਦੇ ਪਿੰਡ ਦੇ ਬਾਹਰ, ਜਿੱਥੋਂ ਪਿੰਡ ਦੀ ਹੱਦ ਸ਼ੁਰੂ ਹੁੰਦੀ, ਉੱਥੇ ਇੱਕ ਬਹੁਤ ਵੱਡਾ ਬੋਹੜ ਦਾ ਜਿਹੜਾ ਕਿ ਬਰਗਦ ਜਾਂ ਜਿਹਨੂੰ ਕਹਿੰਦੇ ਉਹ ਦਰਖਤ ਹੁੰਦਾ, ਉੱਥੇ ਜਿਹੜੇ ਪਿੰਡ ਦੇ ਪਿੰਡ ਵਿੱਚ ਜਿੰਨੇ ਵੀ ਸਾਧੂ ਸੰਤ ਹੁੰਦੇ ਉਹ ਸਾਰੇ ਘਰਾਂ 'ਚ ਰੋਟੀ ਟੁੱਕ ਮੰਗ ਕੇ ਲਿਆ ਕੇ ਉੱਥੇ ਖਾਂਦੇ ਸੀ। ਇਹ ਜਦੋਂ ਉਹਨਾਂ ਦੀ ਰੋਟੀ ਖਾਣ ਦਾ ਟਾਈਮ ਹੁੰਦਾ, ਇੰਦਰ ਵੀ ਉੱਥੇ ਉਹਨਾਂ ਦੇ ਕੋਲ ਪਹੁੰਚ ਜਾਂਦਾ। ਜਿਵੇਂ ਕਹਿੰਦੇ ਨਾ ਕਿ ਤੁਸੀਂ ਖਾਣਾ ਖਾਣ ਬੈਠੋ, ਤੁਹਾਡੇ ਕੋਲ ਕੁੱਤਾ ਜਿਹੜਾ ਲਾਗੇ ਕਈ ਵਾਰੀ ਆ ਕੇ ਬੈਠ ਜਾਂਦਾ, ਤੇ ਇੰਦਰ ਉਸੇ ਤਰ੍ਹਾਂ ਨਾਲ ਸੰਤਾਂ ਦੇ ਕੋਲ ਜਾਂ ਸਾਧੂਆਂ ਦੇ ਕੋਲ ਜਾ ਕੇ ਬੈਠ ਜਾਂਦਾ ਕਿ ਉਹਨਾਂ ਨੂੰ ਵੀ ਰੋਟੀ ਚਾਹੀਦੀ ਹੈ। ਉਹ ਸੰਤਾਂ ਨੂੰ ਵੀ ਇੰਦਰ ਦੀ ਸਾਰੀ ਜਿਹੜੀ ਕਿ ਸੁਭਾਅ ਦਾ ਪੜਦਾ ਸੀ ਕਿਸ ਤਰ੍ਹਾਂ ਦਾ ਹੈਗਾ ਵਾ। ਉਹ ਸਾਧੂ ਵੀ ਕੀ ਕਰਦੇ ਕਿ ਜਿਹੜੀਆਂ ਚੋਪੜੀਆਂ ਰੋਟੀਆਂ ਘਿਓ ਨਾਲ ਵਧੀਆ ਰੋਟੀਆਂ ਹੁੰਦੀ ਉਹ ਆਪ ਰੱਖ ਲੈਂਦੇ, ਜਿਹੜੀ ਰੁੱਖੀ ਮਿੱਸੀ ਰੋਟੀ ਹੁੰਦੀ ਨਾਲ ਥੋੜੀ ਸਬਜ਼ੀ ਟੋਕ ਇਹਨੂੰ ਦੇ ਦਿੰਦੇ ਇੰਦਰ ਨੂੰ। ਇੰਦਰ ਵੀ ਇੱਕ ਅੱਧੀ ਰੋਟੀ ਖਾ ਲੈਂਦਾ ਤੇ ਬਾਕੀ ਜਿਹੜੀ ਰੋਟੀਆਂ ਫਿਰ ਉਹ ਘਰ ਲੈ ਆਉਂਦਾ, ਤੇ ਘਰ ਲਿਆਉਣ ਤੋਂ ਪਹਿਲਾਂ ਉਹ ਸਾਧੂਆਂ ਦੀ ਬੜੀ ਪ੍ਰਸ਼ੰਸਾ ਕਰਕੇ ਕਹਿੰਦਾ ਤੁਸੀਂ ਬੜੇ ਉੱਚ ਕੋਟੀ ਦੇ ਸਾਧੂ ਹੋ। ਮਤਲਬ ਕਹਿਣ ਦਾ ਭਾਵ ਕਿ ਇੰਦਰ ਜਿਹੜਾ ਕਿ ਦੂਸਰਿਆਂ ਨੂੰ ਮੱਖਣ ਲਾ ਕੇ, ਦੂਸਰਿਆਂ ਦੀ ਸਿਫਤਾਂ ਝੂਠੀਆਂ ਕਰਕੇ ਉਹਨਾਂ ਕੋਲ ਰੋਟੀ ਲੈ ਆਂਦਾ। ਰੋਟੀ ਲੈਣ ਤੋਂ ਬਾਅਦ ਮੁੜਦੇ ਸਾਰ ਹੀ ਨਾਲ ਉਹਨਾਂ ਦੀਆਂ ਫਿਰ ਬੁਰਾਈਆਂ ਵੀ ਕਰਨਾ ਸ਼ੁਰੂ ਕਰ ਦਿੰਦਾ। ਪਹਿਲਾਂ ਤਾਂ ਜਿਵੇਂ ਸਾਧੂਆਂ ਕੋਲ ਰੋਟੀ ਲਿਆਉਂਦਾ, ਉਹਨਾਂ ਦੀ ਸਿਫਤਾਂ ਕਰਕੇ, ਫਿਰ ਨਾਲ ਹੀ ਕਹਿ ਦਿੰਦਾ ਭੁੱਖੇ ਨੰਗੇ ਸਾਧੂ ਨੇ, ਐਡਾ ਇਹਨਾਂ ਕੋਲ ਸਰੀਰ ਚੰਗਾ ਮਿਲਿਆ, ਮਿਹਨਤ ਨਹੀਂ ਕਰ ਸਕਦੇ, ਇੰਝ ਦੀਆਂ ਗੱਲਾਂ ਕਰਦਾ। ਸੋ ਕਹਿਣ ਦਾ ਭਾਵ ਕਿ ਇੰਦਰ ਨੇ ਆਪਣੇ ਮਨ 'ਚ ਪੱਕਾ ਕਰ ਲਿਆ ਸੀ ਕਿ ਉਸਨੇ ਕੰਮ ਕੋਈ ਨਹੀਂ ਕਰਨਾ, ਪਰ ਉਹ ਸਮਝਦਾਰ ਬੜਾ ਹੈ, ਉਸਕੋ ਦਿਮਾਗ ਬੜਾ, ਉਹਨੇ ਮਿਹਨਤ ਨਹੀਂ ਕਰਨੀ ਔਰ ਇੰਝ ਲੋਕਾਂ ਕੋ ਠੱਗ ਕੇ ਜਿਸ ਤਰ੍ਹਾਂ ਕਿ ਝੂਠੀਆਂ ਗੱਲਾਂ, ਝੂਠੀਆਂ ਸਿਫਤਾਂ ਕਰਕੇ ਜਿਹੜਾ ਕਿ ਰੋਟੀ ਟੁੱਕ ਦਾ ਆਪਣਾ ਗੁਜ਼ਾਰਾ ਕਰ ਲੈਂਦਾ ਸੀ। ਉਸਨੂੰ ਨਾ ਲੋਕ ਬਹੁਤ ਸਮਝਾਉਂਦੇ ਸੀ ਕਿ ਤੂੰ ਕੰਮ ਕਰਿਆ ਕਰ। ਅਖੀਰ ਇੱਕ ਪੰਡਤ ਜਿਹੜਾ ਕਿ ਵੈਦ ਸੀ ਉਹਨਾਂ ਦੇ ਪਿੰਡ ਦਾ, ਉਹਦੇ ਕਹਿਣਾ ਮੰਨ ਕੇ ਇਸਨੇ ਨੌਕਰੀ ਕਰ ਲਈ। ਜਿਹੜਾ ਪਿੰਡ ਦਾ ਵੈਦ ਸੀ ਉਹ ਡਾਕਖਾਨੇ ਵਿੱਚ ਨੌਕਰੀ ਕਰਦਾ ਸੀ, ਡਾਕੀ ਦੀ ਨੌਕਰੀ ਕਰਦਾ ਸੀ। ਉਸਦੀ ਹੁਣ ਥੋੜੀ ਉਮਰ ਹੋ ਗਈ ਸੀ, ਉਹਦੇ ਕੋਲ ਚਿੱਠੀਆਂ ਘਰ ਗਲੀ ਗਲੀ ਜਾ ਕੇ ਨਹੀਂ ਵੰਡੀਆਂ ਜਾਂਦੀਆਂ ਸੀ। ਸੋ ਉਸਨੇ ਇੰਦਰ ਨੂੰ ਕਿਹਾ ਕਿ ਤੂੰ ਮੇਰੀ ਮਦਦ ਵਾਸਤੇ ਮੇਰੇ ਨਾਲ ਚਿੱਠੀਆਂ ਜਿਹੜੀਆਂ ਕਿ ਵੰਡ ਦਿਆ ਕਰ, ਮੈਂ ਤੈਨੂੰ 5 ਰੁਪਏ ਮਹੀਨਾ ਜਿਹੜਾ ਕਿ ਤਨਖਾਹ ਦੇ ਦਿਆ ਕਰਾਂਗਾ। ਇੰਦਰ ਦੇ ਮਾਂ ਪਤਨੀ ਨੇ ਵੀ ਉਸਨੂੰ ਸਮਝਾਇਆ ਤੇ ਇੰਦਰ ਮੰਨ ਜਾਂਦਾ ਹੈ ਕਿ ਹਾਂ ਮੈਂ ਠੀਕ ਹੈ, ਤੁਹਾਡੀ ਜਿਹੜੀ ਚਿੱਠੀਆਂ ਵੰਡਣ ਦਾ ਕੰਮ ਹੈ ਕਰ ਲੈਣਾ। ਪਰ ਉਹ ਮਿਹਨਤ ਫਿਰ ਵੀ ਨਹੀਂ ਕਰਨਾ ਚਾਹੁੰਦਾ ਸੀ। ਹੁਣ ਉਹਨੇ ਚਿੱਠੀਆਂ ਵੰਡਣ ਦਾ ਕੰਮ ਤੇ ਲੈ ਲਿਆ, ਪਰ ਉਹ ਚਿੱਠੀਆਂ ਜਿਹੜੀਆਂ ਹੁੰਦੀਆਂ ਕਿ ਜਿਵੇਂ ਇਸ ਚਿੱਠੀਆਂ ਵੰਡਣ ਤੋਂ ਪਹਿਲਾਂ ਚਿੱਠੀਆਂ ਨੂੰ ਤਰਤੀਬ ਨਾਲ ਨਹੀਂ ਲਾਉਂਦਾ ਸੀ ਕਿ ਇੱਕ ਮੁਹੱਲੇ ਦੀਆਂ ਜਾਂ ਇੱਕ ਗਲੀ ਦੀਆਂ ਇੱਕ ਤਰਤੀਬ 'ਚ ਲਾ ਲੇ। ਉਹ ਇੱਕ ਹੀ ਗਲੀ ਵਿੱਚ ਸਾਰਾ ਦਿਨ 20 ਚੱਕਰ ਕੱਟ ਲੈਂਦਾ, ਕਿਉਂਕਿ ਜੇ ਉਹ ਥੈਲੇ 'ਚ ਚਿੱਠੀ ਕੱਢਦਾ, ਇੱਕ ਜਿਸ ਮਹੱਲੇ ਦੀ ਆਈ ਉਸ ਚਿੱਠੀ ਨੂੰ ਦਿੰਦਾ, ਫਿਰ ਦੂਸਰੀ ਚਿੱਠੀ ਕੱਢਦਾ, ਦੂਸਰੇ ਮਹੱਲੇ ਦੀ ਆਈ ਉਸ ਜਾਂਦਾ, ਫਿਰ ਤੀਸਰੀ ਚਿੱਠੀ ਕੱਢਦਾ, ਤੀਸਰੀ ਚਿੱਠੀ 'ਚ ਪਹਿਲੇ ਵਾਲੇ ਮਹੱਲੇ ਦੀ ਆਉਂਦੀ ਤਾਂ ਫਿਰ ਉਸੇ ਮਹੱਲੇ ਵਿੱਚ ਜਾਂਦਾ ਜਾਂ ਉਸੇ ਗਲੀ ਜਾਂਦਾ। ਯਾਨੀ ਕਿ ਉਹ ਗਲੀਵਾਰ ਜਾਂ ਮਹੱਲੇਵਾਰ ਉਹ ਚਿੱਠੀਆਂ ਨੂੰ ਤਰਤੀਬ ਨਾਲ ਨਾ ਲਗਾ ਕੇ ਬਸ ਥੈਲੇ 'ਚੋਂ ਜਿਹੜੀ ਚਿੱਠੀ ਕੱਢੀ, ਜਿਹੜੀ ਆਈ ਜਿੱਧਰ ਉੱਧਰ ਵੰਡਣ ਚਲੇ ਗਿਆ। ਇਸ ਕਰਕੇ ਉਹਦਾ ਸਾਰਾ ਜਿਹੜਾ ਦਿਨ ਸੀ ਚਿੱਠੀਆਂ ਵੰਡਣ ਵਿੱਚ ਉਸਦਾ ਨਿਕਲ ਜਾਂਦਾ ਸੀ, ਕਿਉਂਕਿ ਤਰਤੀਬ ਨਾਲ ਚਿੱਠੀਆਂ ਨੂੰ ਲਾ ਕੇ ਨਹੀਂ ਦਿੰਦਾ ਸੀ। ਜਿਹੜਾ ਕਿ ਉਹ ਵੈਦ ਜਿਹੜਾ ਡਾਕੀਆ ਸੀ ਉਹੀ ਚਿੱਠੀਆਂ ਵੰਡਣ ਦਾ ਕੰਮ ਜਿਹੜਾ 2 ਘੰਟਿਆਂ 'ਚ ਖਤਮ ਕਰ ਲੈਂਦਾ ਸੀ। ਸੋ ਇਹ ਜਿਹੜਾ ਇੰਦਰ ਸੀ ਇਸਦਾ ਸਾਰਾ ਦਿਨ ਚਿੱਠੀਆਂ ਵੰਡਣ ਦਾ ਕੰਮ ਖਤਮ ਹੀ ਨਹੀਂ ਹੁੰਦਾ ਸੀ। ਸੋ ਇਸ ਚੀਜ਼ ਤੋਂ ਵੀ ਇਹ ਪਰੇਸ਼ਾਨ ਹੋਣ ਲੱਗ ਪਿਆ ਕਿ ਮੇਰੇ ਕੋਲ ਇਹ ਕੰਮ ਜਿਹੜਾ ਨਹੀਂ ਹੁੰਦਾ। ਅਖੀਰ ਉਸਨੇ ਵੀ ਨੌਕਰੀ ਜਿਹੜੀ ਆਪਣੀ ਛੱਡ ਦਿੱਤੀ, ਕਿਉਂਕਿ ਉਸਨੂੰ ਲੱਗਦਾ ਸੀ ਕਿ ਮੇਰੇ ਕੋਲ ਕੰਮ ਬੜਾ ਮੁਸ਼ਕਿਲ ਹੈ, ਮੇਰੇ ਕੋਲ ਸਾਰਾ ਦਿਨ ਇਸ ਕੰਮ ਵਿੱਚ ਮੈਂ ਜਿਹੜਾ ਕਿ ਨਹੀਂ ਰਹਿ ਸਕਦਾ ਵੀ। ਸੋ ਜਿਹੜਾ ਕਹਾਣੀਕਾਰ ਹੈ ਉਸਦੀ ਵੀ ਕੋਈ ਚਿੱਠੀ ਆਉਣੀ ਸੀ, ਉਸਦੀ ਵੀ ਉਸਨੂੰ ਚਿੱਠੀ ਨਹੀਂ ਮਿਲੀ, ਕਿਉਂਕਿ ਉਸਨੇ ਵੇਖਿਆ ਕਿ ਮੇਰੀ ਗਲੀ 'ਚੋਂ ਜਿਹੜਾ ਇੰਦਰ ਹੈ 2-3 ਵਾਰੀ ਚਿੱਠੀਆਂ ਵੰਡਦਾ ਲੰਘ ਗਿਆ, ਲੇਕਿਨ ਮੇਰੀ ਚਿੱਠੀ ਨਹੀਂ ਲੈ ਕੇ ਆਇਆ। ਤੇ ਕਹਾਣੀਕਾਰ ਅੰਤ ਡਾਕਖਾਨੇ ਜਾ ਕੇ ਆਪ ਆਪਣੀ ਚਿੱਠੀ ਲੈ ਕੇ ਆਉਂਦਾ। ਕਹਾਣੀਕਾਰ ਵੀ ਉਸਨੂੰ ਸਮਝਾਉਣ ਦੀ ਪੂਰੀ ਕੋਸ਼ਿਸ਼ ਕਰਦਾ, ਪਰ ਇੰਦਰ ਦੇ ਸਿਰ ਤੇ ਜਿਹੜਾ ਕਿ ਜੂੰ ਵੀ ਨਹੀਂ ਸਰਕਦੀ ਸੀ। ਉਹ ਕਿਸੇ ਦੇ ਵੀ ਕਹਿਣਾ ਮੰਨ ਕੇ ਜਿਹੜਾ ਕੰਮ ਕਰਨ ਉਹ ਨਹੀਂ ਲੱਗਦਾ ਸੀ।
ਇੱਕ ਗੱਲ 'ਚ ਜ਼ਰੂਰ ਦੱਸੀ ਗਈ ਹੈ ਕਿ ਇੰਦਰ ਜਿਹੜਾ ਤੰਦਰੁਸਤ ਬਹੁਤ ਰਹਿੰਦਾ ਸੀ। ਉਸਦੀ ਤੰਦਰੁਸਤੀ ਦਾ ਕੀ ਰਾਜ਼ ਸੀ ਕਿ ਉਸ ਨੂੰ ਆਪਣੇ ਬਾਰੇ ਵਹਿਮ ਸੀ, ਭਰਮ ਸੀ ਕਿ ਉਹ ਨੰਬਰ 1 ਹੈ। ਤੇ ਕਈ ਵਾਰੀ ਜਿਹੜਾ ਸਾਡਾ ਵਹਿਮ ਹੁੰਦਾ ਨਾ ਆਪਣੇ ਬਾਰੇ, ਜਦੋਂ ਅਸੀਂ ਪੋਜ਼ਿਟਿਵ ਫੀਲਿੰਗ ਰੱਖ ਲਈ ਤਾਂ ਅਸੀਂ ਬਿਮਾਰ ਵੀ ਨਹੀਂ ਹੁੰਦੇ। ਤੇ ਬਿਮਾਰ ਵੀ ਕਹਿੰਦੇ ਸੀ ਉਦੋਂ ਹੁੰਦੇ ਜਦੋਂ ਇਹ ਦਿਮਾਗ ਤੋਂ ਮੰਨ ਲਈਏ ਕਿ ਅਸੀਂ ਬਿਮਾਰ ਹਾਂ। ਪਰ ਇੰਦਰ ਇਹ ਮੰਨਦਾ ਸੀ ਕਿ ਉਹ ਬਹੁਤ ਸਮਝਦਾਰ ਹੈ, ਬਹੁਤ ਵਧੀਆ ਹੈ, ਉਹ ਨੰਬਰ 1 ਹੈ, ਇਸ ਕਰਕੇ ਉਹ ਕਦੀ ਬਿਮਾਰ ਵੀ ਨਹੀਂ ਹੁੰਦਾ ਸੀ। ਇਸ ਲਈ ਉਹ ਨਵਾਂ ਨਰੋਇਆ ਉਸਦਾ ਸਰੀਰ ਵੀ ਜਿਹੜਾ ਕਿ ਤੰਦਰੁਸਤ ਰਹਿੰਦਾ ਸੀ। ਉਸ ਜਿਸ ਤਰ੍ਹਾਂ ਕਈ ਲੋਕ ਕਈ ਵਾਰੀ ਜਦੋਂ ਪਿੰਡ ਦੇ ਲੋਕ ਥੋੜੇ ਜਿਹੇ ਇਕੱਠੇ ਬੈਠੇ ਹੁੰਦੇ ਤਾਂ ਸਾਰੇ ਆਪਸ 'ਚ ਗੱਲਾਂ ਕਰਦੇ, ਸ਼ੇਖੀਆਂ ਮਾਰਦੇ, ਤਾਂ ਕੋਈ ਇੰਦਰ ਨੂੰ ਕਹਿੰਦਾ ਕਿ ਹਾਂ ਵੀ ਇੰਦਰ ਤੂੰ ਵੀ ਗੱਲ ਸੁਣਾ। ਤੇ ਇੰਦਰ ਅਕਸਰ ਕਹਿ ਦਿੰਦਾ ਕੋਈ ਮੇਰੇ ਵਰਗਾ ਮੇਰੇ ਬਰਾਬਰ ਦਾ ਬੰਦਾ ਹੋਵੇ ਤੇ ਮੈਂ ਤੁਹਾਡੇ ਨਾਲ ਗੱਲ ਕਰਾਂ, ਮੈਂ ਤੁਹਾਡੇ ਨਾਲ ਗੱਲ ਕੀ ਕਰਾਂ। ਯਾਨੀ ਕਿ ਉਸ ਨੂੰ ਆਪਣੇ ਆਪ ਤੇ ਬਹੁਤ ਜ਼ਿਆਦਾ ਆਪਣਾ ਭੁਲੇਖਾ ਸੀ ਕਿ ਉਸ ਨੂੰ ਪਤਾ ਨਹੀਂ ਕਿੰਨੀ ਕੁ ਉਹਦੇ 'ਚ ਲਿਆਕਤ ਹੈ, ਕਿੰਨਾ ਕੁ ਉਹਨੂੰ ਜਿਹੜੀ ਕਿ ਸੂਝ ਗਿਆਨ ਦੀ, ਜਿਹੜੀ ਗੂੜ ਗਿਆਨ ਦੀ ਉਹਨੂੰ ਗੱਲਾਂ ਸੋ ਪਤਾ ਸੀ। ਪਰ ਇੰਦਰ ਦੇ ਕੋਲ ਲੋਕੀ ਬੈਠਣਾ ਘੱਟ ਵੀ ਪਸੰਦ ਕਰਦੇ ਸੀ ਕਿਉਂਕਿ ਇੰਦਰ ਕੋਲ ਹਮੇਸ਼ਾ ਜਿਹੜੀ ਕਿ ਬਦਬੂ ਆਉਂਦੀ ਰਹਿੰਦੀ ਸੀ, ਸਾਫ਼ ਸਫਾਈ ਨਹੀਂ ਰੱਖਦਾ ਸੀ। ਸੋ ਇਹ ਸੀ ਕਹਾਣੀ ਇਤ ਪਰਵਾਸੇ। ਸੋ ਇਸ ਦੇ ਥੋੜੇ ਜਿਹੇ ਕੁਐਸਚਨ ਸ਼ਾਰਟ ਫਟਾਫਟ ਕਰਾਂਗੇ ਕਿ ਇੰਦਰ ਦੇ ਘਰ ਦੀ ਹਾਲਤ ਕਿਹੋ ਜਿਹੀ ਸੀ। ਇੰਦਰ ਦੇ ਘਰ ਦੀ ਹਾਲਤ, ਆਰਥਿਕ ਹਾਲਤ ਬਹੁਤ ਜਿਹੜੀ ਕਿ ਬੁਰੀ ਸੀ। ਉਸਦੇ ਪੁੱਤਰ ਵੀ ਕੰਮ ਨਹੀਂ ਕਰਦੇ ਸਨ, ਉਹ ਆਪ ਵੀ ਕੋਈ ਕੰਮ ਨਹੀਂ ਕਰਦਾ ਸੀ। ਉਸਦੀ ਜਿਹੜੀ ਕਿ ਪਤਨੀ ਵੀ ਹੀ, ਉਹ ਵੀ ਜਿਹੜੀ ਕਿ ਘਰ ਵਿੱਚ ਜਿਹੜਾ ਕਿ ਬਹੁਤ ਮੁਸ਼ਕਲ ਨਾਲ ਜਿਹੜਾ ਗੁਜ਼ਾਰਾ ਕਰਦੀ ਸੀ। ਦੂਸਰਾ ਕੁਐਸਚਨ ਹੈ ਇੰਦਰ ਦੇ ਪੁੱਤਰ ਕੰਮ ਕਰਨ ਦੇ ਯੋਗ ਹੁੰਦੇ ਹੋਏ ਵੀ ਜਿਹੜਾ ਕਿ ਕੰਮ ਕਿਉਂ ਨਹੀਂ ਕਰਦੇ ਸਨ। ਉਹ ਇਸ ਲਈ ਨਹੀਂ ਕਰਦੇ ਸਨ ਕਿਉਂਕਿ ਉਹਨਾਂ ਦੇ ਪਿਤਾ ਹਮੇਸ਼ਾ ਉਹਨਾਂ ਨੇ ਇਹੀ ਸਮਝਾਉਂਦਾ ਸੀ ਕਿ ਜਦੋਂ ਸਾਰੀ ਦੁਨੀਆ ਕੰਮ ਕਰਨ ਤੇ ਲੱਗੀ ਤਾਂ ਤੁਸੀਂ ਕੰਮ ਕਰਕੇ ਕੀ ਲੈਣਾ, ਤੁਹਾਡੇ ਰੋਟੀ ਟੁੱਕ ਦਾ ਗੁਜ਼ਾਰਾ ਆਪੇ ਪਰਮਾਤਮਾ ਆਪ ਕਰ ਦੇਗਾ। ਤੀਸਰਾ ਕੁਐਸਚਨ ਹੈ ਕਿ ਇੰਦਰ ਆਪਣੇ ਆਪ ਨੂੰ ਦੂਸਰਿਆਂ ਨਾਲੋਂ ਵੱਡਾ ਮਹਾਨ ਕਿਉਂ ਸਮਝਦਾ ਸੀ। ਇਸ ਲਈ ਸਮਝਦਾ ਸੀ ਕਿ ਉਹ ਕਹਿੰਦਾ ਸੀ ਕਿ ਇਸ ਦੁਨੀਆ ਵਿੱਚ 2 ਗ੍ਰੰਥ ਨੇ, ਜਿਹੜੇ ਇੱਕ ਗ੍ਰੰਥ ਅੰਗਰੇਜ਼ ਲੈ ਗਏ ਨੇ ਜਿਨ੍ਹਾਂ ਵਿੱਚ ਸਾਇੰਸ ਕੱਢ ਲਈ, ਤੇ ਦੂਸਰਾ ਗ੍ਰੰਥ ਮੇਰੇ ਕੋਲ ਹੈ ਜਿਸ ਵਿੱਚ ਪੂਰੇ ਦੁਨੀਆ ਦੀਆਂ ਜਿਹੜੀਆਂ ਗੱਲਾਂ ਨੇ, ਤਰੱਕੀ ਕਰਨ ਦੀਆਂ ਗੱਲਾਂ ਸਾਰੇ ਉਸ ਵਿੱਚ ਲਿਖੀਆਂ। ਤੇ ਇਸ ਲਈ ਸੋਚਦਾ ਸੀ ਕਿ ਮੈਨੂੰ ਜ਼ਿਆਦਾ ਗਿਆਨ ਹੈ, ਮੈਨੂੰ ਕੰਮ ਕਰਨ ਦੀ ਲੋੜ, ਇਸ ਲਈ ਮੈਂ ਸਭ ਤੋਂ ਜ਼ਿਆਦਾ ਕਿ ਜਿਹੜਾ ਮਹਾਨ ਹਾਂ। ਅਗਲਾ ਕੁਐਸਚਨ ਹੈ ਕਿ ਇੰਦਰ ਵਰਗੇ ਲੋਕ ਤਰੱਕੀ ਕਿਉਂ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਆਪਣੇ ਬਾਰੇ ਝੂਠਾ ਹੀ ਭਰਮ ਹੋ ਜਾਂਦਾ ਕਿ ਅਸੀਂ ਨੰਬਰ 1 ਹਾਂ, ਸਾਨੂੰ ਸਾਰਾ ਕੁਝ ਹੀ ਆਲਰੇਡੀ ਪਤਾ, ਹਰ ਚੀਜ਼ ਪਹਿਲਾਂ ਹੀ ਪਤਾ, ਸਾਨੂੰ ਹੋਰ ਕੰਮ ਕਰਨ ਦੀ ਜਿਹੜੀ ਕੀ ਹੈ ਲੋੜ ਨਹੀਂ ਹੈ। ਅਗਲਾ ਕੁਐਸਚਨ ਹੈ ਵੈਦ ਕਿਸ ਕਹਾਣੀ ਦਾ ਪਾਤਰ ਹੈ। ਇਤ ਪਰਵਾਸੇ ਕਹਾਣੀ ਦਾ ਪਾਤਰ ਹੈ। ਇਤ ਪਰਵਾਸੇ ਕਹਾਣੀ ਦਾ ਲੇਖਕ ਕੌਣ ਹੈ। ਗੁਰਦੇਵ ਸਿੰਘ ਰੁਪਾਣਾ ਹੈ। ਇਤ ਪਰਵਾਸੇ ਕਹਾਣੀ ਦਾ ਨਾਇਕ ਕੌਣ ਹੈ। ਇੰਦਰ ਹੈ। ਇੰਦਰ ਦੇ ਕਿੰਨੇ ਮੁੰਡੇ ਹਨ। 2 ਮੁੰਡੇ ਹਨ। ਔਰ ਬਸ ਇਹੀ ਜਿਹੜਾ ਕਿ ਮੇਨ ਕੁਐਸਚਨ ਸੀ ਔਰ ਇਹ ਕਹਾਣੀ ਸੀ ਇਤ ਪਰਵਾਸੇ। ਉਮੀਦ ਕਰ ਰਹੀ ਹਾਂ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਈ, ਪਰ ਫਿਰ ਵੀ ਜੇ ਕੋਈ ਚੀਜ਼ ਰਹਿ ਗਈ ਤਾਂ ਉਸਨੂੰ ਕਮੈਂਟ ਬਾਕਸ ਲਿਖ ਦਿਓ, ਮੈਂ ਜਲਦੀ ਹੱਲ ਕਰਵਾਉਣ ਦੀ ਕੋਸ਼ਿਸ਼ ਕਰਾਂਗੀ ਔਰ ਕੋਸ਼ਿਸ਼ ਕਰਾਂਗੀ ਕਿ ਤੁਹਾਡੇ ਬਾਕੀ ਜਿਹੜੇ ਚੈਪਟਰ ਉਹ ਵੀ ਜਲਦੀ ਤੋਂ ਜਲਦੀ ਪੂਰੇ ਕਰਵਾ ਸਕਾਂ। ਧੰਨਵਾਦ।